हाँ जी, एयर ਪੋਲਿਊਸ਼ਨ ਦੇ ਵਿੱਚ ਕੀ ਹੁੰਦਾ ਆ ਕਿ ਕੁਝ ਫੋਰਨ ਪਾਰਟੀਕਲਸ ਜਿਹੜੇ ਨੇ ਐਡ ਹੋ ਜਾਂਦੇ ਨੇ ਹਵਾ ਦੇ ਵਿੱਚ। ਕੁਛ ਗੈਸਿਸ ਜਿਹੜੀਆਂ ਨੇ, ਗੈਸਿਸ ਤਾਂ ਬਹੁਤ ਅਜੀਬ ਅਜੀਬ ਤਰ੍ਹਾਂ ਦੀਆਂ ਡਿਫਰੈਂਟ ਟਾਈਪਸ ਆਫ ਗੈਸਿਸ ਨਿਕਲ ਰਹੀਆਂ ਨੇ ਹਰ ਇੱਕ ਚੀਜ਼ ਤੋਂ। ਠੀਕ ਹੈ, ਉਹ ਸਾਰਾ ਹੁਣ ਡਿਟੇਲ 'ਚ ਪੜ੍ਹਾਂਗੇ। ਹੋਰ ਪੋਲਿਊਟੈਂਟਸ ਜਿਹੜੇ ਨੇ, ਠੀਕ ਹੈ, ਔਰ ਇਹ ਕਿਹਦੇ ਕਰਕੇ ਹੋ ਰਹੇ ਨੇ? ਹਿਊਮਨ ਕਰਕੇ ਹੋ ਰਹੇ ਨੇ। ਪਲਾਂਟਸ ਨਹੀਂ ਕੁਛ ਵੀ ਕਰ ਰਹੇ, ਐਨੀਮਲਸ ਕੁਛ ਨਹੀਂ ਕਰ ਰਿਹਾ, ਸਭ ਕੁਛ ਕਿਹਦੇ ਕਰਕੇ ਹੋ ਰਿਹਾ ਆ? ਹਿਊਮਨ ਦੇ ਕਰਕੇ ਹੋ ਰਿਹਾ। ਜ਼ਿਆਦਾਤਰ ਜਿਹੜਾ ਇਹਦੇ ਵਿੱਚ ਰਿਸਪੋਂਸੀਬਲ ਹਿਊਮਨ ਬੀਂਗ ਹੈ, ਬਹੁਤ ਘੱਟ ਰਿਸਪੋਂਸੀਬਲ ਨੇਚਰ ਹੈ। ਠੀਕ ਹੈ, ਨੇਚਰ ਦੇ ਵਿੱਚ ਤਾਂ ਬਹੁਤ ਘੱਟ ਨੇ। ਨੇਚਰ ਤਾਂ ਲਾਈਕ ਕਹਿ ਲਓ ਕਿ 20 ਜਾਂ 30% ਹੋਏਗਾ, ਬਾਕੀ ਜੋ 70-80% ਹੈ ਦੈਟ ਇਜ਼ ਰਿਸਪੋਂਸੀਬਿਲਿਟੀ ਸਾਰੀ ਹਿਊਮਨ ਦੀ ਹੈ। ਠੀਕ ਹੈ, ਔਰ ਇਹ ਜਿੰਨੇ ਵੀ ਏਅਰ ਪੋਲਿਊਸ਼ਨ ਦੇ ਜਿਹੜੇ ਰੀਜ਼ਨਸ ਨੇ ਸਾਰੇ ਕਿਹਦੇ ਲਈ ਹਾਰਮਫੁਲ ਨੇ? ਹਿਊਮਨ ਲਈ ਹਾਰਮਫੁਲ ਨੇ, ਪਲਾਂਟਸ ਦੇ ਲਈ, ਐਨੀਮਲਸ ਦੇ ਲਈ। ਠੀਕ ਹੈ, ਸਾਰਿਆਂ ਲਈ ਹਾਰਮਫੁਲ ਹੈ। ਇਨਵਾਇਰਮੈਂਟ ਸਹੀ ਹੈ ਤਾਂ ਹੀ ਸਾਰੇ ਸਹੀ ਨੇ, ਕਿਉਂਕਿ ਆਪਾਂ ਸਾਰੇ ਇਸ ਇਨਵਾਇਰਮੈਂਟ ਵਿੱਚ ਹੀ ਐਗਜ਼ਿਸਟ ਕਰਦੇ ਹਾਂ। ਜੇ ਇਨਵਾਇਰਮੈਂਟ ਨਹੀਂ ਠੀਕ ਹੈਗਾ ਤਾਂ ਫਿਰ ਲਾਈਫ ਐਗਜ਼ਿਸਟ ਨਹੀਂ ਕਰ ਪਾਏਗੀ ਅਰਥ ਦੇ ਉੱਪਰ। ਠੀਕ ਹੈ, ਹੁਣ ਗੱਲ ਕਰਦੇ ਹਾਂ ਆਪਾਂ ਸੋਰਸਿਸ ਦੀ। ਰੀਜ਼ਨਸ ਕੀ ਨੇ? ਦੋ ਤਰ੍ਹਾਂ ਦੇ ਨੇ। ਪਹਿਲਾਂ ਤਾਂ ਇੱਕ ਹੈਗਾ ਨੈਚੁਰਲ, ਦੂਸਰਾ ਹੈਗਾ ਮੈਨ ਮੇਡ। ਪਹਿਲਾਂ ਨੈਚੁਰਲ ਰੀਜ਼ਨਸ ਕੀ ਨੇ ਜਾਂ ਨੈਚੁਰਲ ਸੋਰਸਿਸ ਕਿਹੜੇ ਨੇ? ਨੈਚੁਰਲ ਸੋਰਸਿਸ ਦੇ ਵਿੱਚ ਕੁਝ ਗੈਸਿਸ ਹੋ ਸਕਦੀਆਂ ਨੇ ਜਿਹੜੀਆਂ ਆਲਰੇਡੀ ਨੇਚਰ ਦੇ ਵਿੱਚ ਪ੍ਰੈਜੈਂਟ ਨੇ। ਠੀਕ ਹੈ, ਜਿਹੜੀਆਂ ਆਲਰੇਡੀ ਨੇਚਰਸ ਦੇ ਵਿੱਚ ਪ੍ਰੈਜੈਂਟ ਨੇ। ਕੁਛ ਕਹਿ ਲਓ ਕਿ ਹੁਣ ਸਾਈਕਲੋਨਸ ਜਿਹੜੇ ਨੇ, ਕੇਰਲਾ ਦੇ ਵਿੱਚ ਸਾਈਕਲੋਨ ਆਇਆ ਹੋਇਆ ਆ, ਦੈਟ ਇਜ਼ ਨੈਚੁਰਲ। ਠੀਕ ਹੈ, ਪਤਾ ਨਾ ਤੁਹਾਨੂੰ ਸਾਰਿਆਂ ਨੂੰ ਕਿ ਕੇਰਲਾ ਦੇ ਵਿੱਚ ਸਾਈਕਲੋਨ ਆਇਆ ਹੋਇਆ ਇਸ ਟਾਈਮ, ਅਤੇ ਗੁਜਰਾਤ ਵਾਲੀ ਸਾਈਡ ਵੀ ਹੋ ਸਕਦਾ ਹੈ ਕੁਛ ਚੱਕਰਵਾਤ ਜਿਹਨੂੰ ਕਹਿੰਦੇ ਆ, ਸਟੋਮਸ, ਤੂਫਾਨ। ਠੀਕ ਹੈ, ਫਿਰ ਰੇਡੀਓ ਐਕਟੀਵਿਟੀ ਜਾਂ ਫਿਰ ਕਹਿ ਲਓ ਕਿ ਜਿਹੜੀਆਂ ਰੇਡੀਓ ਐਕਟਿਵ ਰੇਜ਼ ਜਿਹੜੀਆਂ ਨੇ ਸਨ ਤੋਂ ਨਿਕਲਦੀਆਂ ਨੇ। ਠੀਕ ਹੈ, ਬੇਸ਼ੱਕ ਓਜ਼ੋਨ ਲੇਅਰ ਹੈ ਲੇਕਿਨ ਓਜ਼ੋਨ ਲੇਅਰ ਡਿਪਲੀਟ ਹੋ ਰਹੀ ਹੈ। ਸੋ ਇਹ ਸਾਰੇ ਜਿਹੜੇ ਨੇ ਰੀਜ਼ਨਸ ਨੇ ਨੈਚੁਰਲ। ਠੀਕ ਹੈ, ਜਿਹੜੇ ਨੇਚਰ ਦੇ ਵੱਲੋਂ ਮਿਲਦੇ ਨੇ, ਨੈਚੁਰਲ ਸੋਰਸਿਸ। ਹੁਣ ਆਪਾਂ ਗੱਲ ਕਰੀਏ, ਇਹ ਤਾਂ ਸਿਰਫ ਇੰਨੇ ਕੁ ਨੇ। ਹੁਣ ਆਪਾਂ ਗੱਲ ਕਰੀਏ ਮੈਨ ਮੇਡ ਸੋਰਸਿਸ ਦੀ। ਮੈਨ ਮੇਡ ਸੋਰਸਿਸ ਜਾਂ ਫਿਰ ਹਿਊਮਨ ਐਕਟੀਵਿਟੀਜ਼ ਕਿਹੜੀਆਂ ਨੇ? ਡੋਮੈਸਟਿਕ ਫਿਊਲਸ ਆਪਾਂ ਯੂਜ਼ ਕਰਦੇ ਸਭ ਤੋਂ ਪਹਿਲਾਂ ਦੇ। ਹੁਣ ਤਾਂ ਵੈਸੇ ਗੈਸ ਚੱਲ ਪਿਆ, ਸਿਲੰਡਰਸ ਚੱਲ ਪਿਆ, ਲੇਕਿਨ ਹਜੇ ਵੀ ਬਹੁਤ ਜਗ੍ਹਾ 'ਤੇ ਚੁੱਲ੍ਹਾ ਯੂਜ਼ ਕਰਦੇ ਹਾਂ ਆਪਾਂ। ਠੀਕ ਹੈ, ਉਹਦੇ ਕਰਕੇ ਵੀ ਬਹੁਤ ਗੈਸਿਸ ਨਿਕਲਦੀਆਂ ਨੇ। ਠੀਕ ਹੈ, ਯਾਨੀ ਕਿ ਲੱਕੜੀ ਆਪਾਂ ਜਲਾਉਂਦੇ ਹਾਂ ਫਿਰ ਉਹਦੇ ਵਿੱਚ ਵੀ ਗੈਸਿਸ ਨਿਕਲਦੀਆਂ ਨੇ। ਫਿਰ ਕੈਰੋਸਿਨ ਆਇਲ, ਮਿੱਟੀ ਦਾ ਤੇਲ, ਉਹਦੇ ਨਾਲ ਵੀ। ਹੁਣ ਤਾਂ ਬਹੁਤ ਘੱਟ ਹੋ ਗਿਆ ਯੂਜ਼ ਇਹਨਾਂ ਦਾ, ਲੇਕਿਨ ਹਜੇ ਵੀ ਯੂਜ਼ ਹੁੰਦਾ ਆ ਕਿਤੇ ਨਾ ਕਿਤੇ। ਰਾਈਟ, ਸੋ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਹੋ ਗਿਆ, ਅਤੇ ਹਾਈਡਰੋਕਾਰਬਨਸ ਹੋ ਗਏ ਕੁਛ। ਠੀਕ ਹੈ, ਇੱਦਾਂ ਦੀਆਂ ਸਾਰੀਆਂ ਗੈਸਿਸ ਜਿਹੜੀਆਂ ਨੇ ਡੋਮੈਸਟਿਕ ਫਿਊਲਸ ਤੋਂ ਨਿਕਲਦੀਆਂ ਨੇ, ਜਿਹੜੀਆਂ ਘਰੇਲੂ, ਜਿਹਨਾਂ ਨੂੰ ਆਪਾਂ ਘਰ ਯੂਜ਼ ਕਰਦੇ ਹਾਂ। ਰਾਈਟ, ਦੂਸਰੀ ਗੱਲ ਇੰਡਸਟਰੀਅਲ ਪੋਲਿਊਟੈਂਟਸ। ਇੰਡਸਟਰੀਜ਼ ਦਾ ਹੁਣ ਬਹੁਤ ਜ਼ਿਆਦਾ, ਇੰਡਸਟਰੀਜ਼ ਦਾ ਜਿੰਨਾ ਵੀ ਵੇਸਟ ਹੁੰਦਾ ਆ, ਇੰਡਸਟਰੀਜ਼ ਦੇ ਵਿੱਚ ਜਿਹੜਾ ਸਮਾਨ ਬਣਦਾ ਆ ਨਾ, ਉਹ ਵੀ ਪੋਲਿਊਟੈਂਟਸ ਨੇ ਇੱਕ ਤਰ੍ਹਾਂ ਦੇ। ਫਰਟੀਲਾਈਜ਼ਰਸ ਬਣਦੇ ਨੇ, ਫਰਟੀਲਾਈਜ਼ਰਸ ਮੈਨੂਫੈਕਚਰ ਹੁੰਦੇ ਨੇ। ਬੇਸ਼ੱਕ ਫਰਟੀਲਾਈਜ਼ਰਸ ਜਿਹੜੇ ਨੇ ਆਪਾਂ ਫਾਰਮਿੰਗ ਦੇ ਵਿੱਚ ਯੂਜ਼ ਕਰਦੇ ਹਾਂ, ਔਰ ਉਹ ਕੀ ਕਰਦੇ ਨੇ? ਸੋਇਲ ਦੇ ਲਈ ਨੁਕਸਾਨਦਾਇਕ ਨੇ, ਲੇਕਿਨ ਜਦੋਂ ਉਹ ਬਣਦੇ ਨੇ ਉਦੋਂ ਵੀ ਨੁਕਸਾਨ ਦਿੰਦੇ ਨੇ ਉਹ। ਠੀਕ ਹੈ, ਏਅਰ ਨੂੰ, ਅਤੇ ਉਹਨਾਂ ਦਾ ਵੇਸਟ ਜਿਹੜਾ ਆ ਫਿਰ ਧੂੰਆਂ ਨਿਕਲਦਾ ਆ। ਰਾਈਟ, ਇੰਡਸਟਰੀਜ਼ ਦੀ ਚਿਮਨੀਜ਼ ਦੇ ਵਿੱਚੋਂ, ਉਹ ਸਾਰਾ ਕੀ ਹੈ? ਸਾਰੇ ਏਅਰ ਪੋਲਿਊਸ਼ਨ ਦਾ ਰੀਜ਼ਨ ਬਣਦੇ ਨੇ। ਠੀਕ ਹੈ, ਹੁਣ ਗੱਲ ਕਰੀਏ ਫਿਰ ਮੋਬਾਈਲ ਕੰਬਸਸ਼ਨ। ਫਿਰ ਟਰਾਂਸਪੋਰਟੇਸ਼ਨ ਹੀ ਦੇਖ ਲਓ, ਇੰਨੀ ਜ਼ਿਆਦਾ ਟਰਾਂਸਪੋਰਟੇਸ਼ਨ ਹੈ, ਸਾਰਾ ਉਹਨਾਂ ਦਾ ਕੀ ਨਿਕਲਦਾ? ਧੂੰਆਂ ਨਿਕਲਦਾ, ਉਹ ਵੀ ਸਾਰਾ ਹਵਾ ਦੇ ਵਿੱਚ। ਠੀਕ ਹੈ, ਅਤੇ ਉਹਦੇ ਨਾਲ ਵੀ ਏਅਰ ਪੋਲਿਊਸ਼ਨ ਹੁੰਦਾ ਆ। ਐਗਰੀਕਲਚਰ ਐਕਟੀਵਿਟੀਜ਼ ਤਾਂ ਤੁਹਾਨੂੰ ਪਤਾ, ਜਦੋਂ ਸਪਰੇਅ ਕਰਦੇ ਨੇ ਉਹ ਫਾਰਮਸ ਦੇ ਵਿੱਚ, ਸਪਰੇਅ ਕਰਦੇ ਨੇ ਨਾ ਪੈਸਟੀਸਾਈਡਸ ਜਾਂ ਫਿਰ ਫਰਟੀਲਾਈਜ਼ਰਸ ਪਾਉਂਦੇ ਨੇ, ਉਹਦੇ ਨਾਲ ਵੀ ਕੀ ਹੁੰਦਾ ਆ? ਹਾਂਜੀ, ਸੋ ਉਹਦੇ ਨਾਲ ਵੀ ਕੀ ਹੁੰਦਾ ਹੈ ਕਿ ਏਅਰ ਪੋਲਿਊਸ਼ਨ ਹੁੰਦਾ ਆ। ਠੀਕ ਹੈ, ਬਾਕੀ ਜਿਹੜੇ ਸੋਇਲ ਨੂੰ ਨੁਕਸਾਨ ਹੁੰਦਾ ਉਹ ਤਾਂ ਅਲੱਗ ਹੁੰਦਾ, ਹਵਾ ਨੂੰ ਵੀ ਨੁਕਸਾਨ ਹੈ। ਠੀਕ ਹੈ, ਇਨਵਾਇਰਮੈਂਟ ਨੂੰ ਵੀ ਨੁਕਸਾਨ ਹੁੰਦਾ ਇਹਦਾ। ਓਕੇ, ਹਾਂ, ਸੋ ਇਹ ਸਾਰੇ ਰੀਜ਼ਨਸ ਨੇ ਜਿਹੜੇ ਕਿ ਹਿਊਮਨ ਦੇ ਦੁਆਰਾ ਨੇ, ਜਿਹੜੇ ਏਅਰ ਪੋਲਿਊਸ਼ਨ ਦੇ ਵਿੱਚ ਏਅਰ ਪੋਲਿਊਸ਼ਨ ਕਾਜ਼ ਕਰਦੇ ਨੇ, ਸਾਰੇ ਹਿਊਮਨ ਦੇ ਦੁਆਰਾ ਨੇ। ਠੀਕ ਹੈ, ਇੱਕ ਨਿਊਕਲੀਅਰ ਡਿਵਾਈਸ ਟੈਸਟਿੰਗ, ਯਾਨੀ ਕਿ ਹੁਣ ਐਟਮ ਬੰਬਸ ਬਣ ਰਹੇ ਨੇ। ਠੀਕ ਹੈ, ਨਿਊਕਲੀਅਰ ਬੋਮਬਸ ਬਣ ਰਹੇ ਨੇ, ਉਹਦੇ ਨਾਲ ਵੀ ਰੇਡੀਓ ਐਕਟੀਵਿਟੀਜ਼ ਜਿਹੜੀਆਂ, ਰੇਡੀਓ ਐਕਟਿਵ ਰੇਜ਼ ਜਿਹੜੀਆਂ ਨੇ ਉਹ ਨਿਕਲਦੀਆਂ ਨੇ।
ठीक है। रेडिएशनस निकलदियां ने, अल्फा बीटा पार्टिकल्स निकलते हैं, गामा रेज़ निकलदियां ने। ये रेज़ की ने बहुत खतरनाक ने, बहुत ज़्यादा खतरनाक ने। ह्यूमन के कॉन्टैक्ट के विच अगर आंदियां ने ना तो बच नहीं पाता वो इंसान, ठीक है। डिजीज़ लग जांदियां ने उन्होंने, बहुत ज़्यादा डेंजरस और क्योरेबल भी नहीं होंदियां वो, ठीक है। दूसरी हुण गल करिए कि हुण एयर पोल्यूशन के कॉन्सीक्वेंसिस की ने, इहदे इफैक्ट्स की ने। सब तो पहलां तो कह रहे ने कि कार्बन मोनोऑक्साइड जिहड़ी आ वो बहुत वध गई है, ਉਹਦੀ ਕਨਸੈਂਟ੍ਰੇਸ਼ਨ बहुत ज़्यादा वध गई है, ठीक है। तो कार्बन मोनोऑक्साइड जो वधदी है तो ਉਹਦੇ ਨਾਲ ਕੀ ਹੁੰਦਾ ਆ, ਉਹਦੇ ਨਾਲ ਹੁੰਦਾ ਆ ਹੈਡੇਕ ਹੁੰਦਾ ਆ, ਲੇਜ਼ੀਨੈਸ ਹੁੰਦੀ ਹੈ, ਐਗਜ਼ੌਸਸ਼ਨ ਹੁੰਦੀ ਹੈ, ਮਤਲਬ ਸਾਹ ਲੈਣ 'ਚ ਵੀ ਪ੍ਰੋਬਲਮ ਆਉਂਦੀ ਹੈ ਕਈ ਵਾਰ, ਠੀਕ ਹੈ। ਫਿਰ ਸਾਈਕੋਮੋਟਰ ਡਿਸਟਰਬੈਂਸ ਯਾਨੀ ਕਿ ਇੱਥੇ ਮੈਂਟਲ ਸਟ੍ਰੈਸ ਜਿਹੜੀ ਹੈ ਉਹ ਹੁੰਦੀ ਹੈ, ਕਾਰਡੀਓਵੈਸਕੂਲਰ ਮਲਫੰਕਸ਼ਨਸ ਅਤੇ ਡਿਕਰੀਜ਼ਡ ਵਿਜ਼ਨ, ਦਿਖਣਾ ਹੀ ਘੱਟ ਜਾਂਦਾ ਹੈ। ਕਾਰਬਨ ਮੋਨੋਆਕਸਾਈਡ ਪਤਾ ਕਿਹਦੇ 'ਚ ਹੁੰਦੀ ਹੈ, ਜਦੋਂ ਆਪਾਂ ਚੁੱਲ੍ਹਾ ਜਲਾਉਂਦੇ ਹਾਂ, ਠੀਕ ਹੈ, ਉਹਦਾ ਧੂੰਆਂ ਜਿਹੜਾ ਹੁੰਦਾ ਹੈ ਉਹਦੇ ਵਿੱਚ ਸਾਹ ਲਿਆ ਜਾਂਦਾ ਹੈ ਨਹੀਂ, ਕਿਉਂਕਿ ਉਹਦੇ 'ਚ ਕਾਰਬਨ ਮੋਨੋਆਕਸਾਈਡ ਹੁੰਦੀ ਹੈ, ठीक है। तो वो बॉडी ਨੂੰ बहुत ज़्यादा नुकसान पहुँचाती है। ऑक्सीजन डेफिशिएंसी इन बॉडी, ऑक्सीजन ही नहीं मिलती उस टाइम, तो साह ही नहीं आता ਆਪਾਂ ਨੂੰ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਨਾ, ਕਿਉਂਕਿ ਆਪਾਂ ਪਹਿਲਾਂ ਟਾਈਮ ਦੇ ਵਿੱਚ ਇਹ ਸਭ ਕੁਝ ਯੂਜ਼ ਕਰਦੇ ਹੁੰਦੇ ਸੀ, ਹੁਣ ਤਾਂ ਬਹੁਤ ਘੱਟ ਗਿਆ, ਬਚਪਨ 'ਚ ਕਦੇ ਦੇਖਿਆ ਹੋਏਗਾ ਜਾਂ। ਓਕੇ, ਦੂਸਰਾ ਹੈ ਆਪਣੇ ਕੋਲ ਪਾਰਟੀਕੂਲੇਟ ਮੈਟਰ ਦੇਖੋ ਜਿਹੜੇ ਸਸਪੈਂਡਡ ਹੁੰਦੇ ਨੇ ਹਵਾ ਦੇ ਵਿੱਚ, ਠੀਕ ਹੈ, ਸਸਪੈਂਡ ਕਰ ਰਹੇ ਹੁੰਦੇ ਨੇ। ਜਿੱਦਾਂ ਹੁਣ ਤੁਸੀਂ ਦੇਖੋ ਕਿ ਜਦੋਂ ਸਰਦੀਆਂ ਹੁੰਦੀਆਂ ਨੇ ਉਦੋਂ ਤਾਂ ਧੁੰਦ ਹੁੰਦੀ ਹੈ, ਉਹ ਤਾਂ ਆਪਾਂ ਨੂੰ ਪਤਾ ਹੈ ਕਿ ਉਹ ਧੁੰਦ ਹੈ, ਲੇਕਿਨ ਜਦੋਂ ਸਰਦੀਆਂ ਨਹੀਂ ਹੁੰਦੀਆਂ ਜਿੱਦਾਂ ਦਿੱਲੀ ਦੇ ਵਿੱਚ, ਉਦੋਂ ਵੀ ਉੱਥੇ ਧੁੰਦ ਜਿਹੀ ਬਣੀ ਰਹਿੰਦੀ ਹੈ, ਅਤੇ ਉਹ ਠੰਡ ਤਾਂ ਹੁੰਦੀ ਨਹੀਂ, ਠੰਡ ਕਰਕੇ ਤਾਂ ਹੁੰਦੀ ਨਹੀਂ, ਉਹ ਕੀ ਹੁੰਦੀ ਆ, ਉਹ ਹੁੰਦੀ ਹੈ ਸਮੌਗ, ਠੀਕ ਹੈ। ਉਹ ਸਮੌਗ ਹੁੰਦੀ ਆ ਜਿਹਨੂੰ ਕਹਿੰਦੇ ਆ ਓਪੇਕ ਜਿਹੇ ਕਲਰ ਦੀ ਫੌਗ, ਅਤੇ ਉਹ ਬਹੁਤ ਜ਼ਿਆਦਾ ਹਾਰਮਫੁੱਲ ਹੈ, ਬਹੁਤ ਜ਼ਿਆਦਾ ਹਾਰਮਫੁੱਲ ਹੈ। ਓਕੇ, ਪਲਾਂਟਸ ਲਈ ਵੀ ਬਹੁਤ ਹਾਰਮਫੁੱਲ ਹੈ, ਹਿਊਮਨਸ ਲਈ ਵੀ, ਐਨੀਮਲਸ ਲਈ ਵੀ। ਅਤੇ ਉਹਦੇ ਨਾਲ ਜਿਹੜੀਆਂ ਹੈ ਸਾਹ ਲੈਣ ਦੇ ਵਿੱਚ ਰੈਸਪੀਰੇਟਰੀ ਟਰਬਲਸ ਹੁੰਦੀਆਂ ਨੇ, ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ, ਅਸਥਮਾ ਹੋ ਜਾਂਦਾ ਆ, ਫਿਰ ਐਲਰਜੀਜ਼, ਸਕਿਨ ਪ੍ਰੋਬਲਮਸ, ਵਿਜ਼ੀਬਿਲਿਟੀ ਘੱਟ ਜਾਂਦੀ ਹੈ, ਠੀਕ ਹੈ। ਅਤੇ ਐਕਸੀਡੈਂਟਸ ਕੋਜ਼ ਹੁੰਦੇ ਨੇ ਜਦੋਂ ਧੁੰਦ ਜਿਹੀ ਬਣੀ ਰਹਿੰਦੀ ਹੈ। ਦਿੱਲੀ ਦੇ ਵਿੱਚ ਇੱਦਾਂ ਜ਼ਿਆਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੈ, ਠੀਕ ਹੈ। ਸੋ ਉਹਦਾ ਕੀ ਰੀਜ਼ਨ ਹੈ, ਪਾਰਟੀਕੂਲੇਟ ਮੈਟਰਸ ਜਿਹੜੇ ਨੇ ਹਵਾ ਦੇ ਵਿੱਚ ਸਸਪੈਂਡਡ ਨੇ ਆਲਰੇਡੀ। ਫਿਰ ਉਸ ਤੋਂ ਬਾਅਦ ਹੈ ਆਪਣੇ ਕੋਲ ਸਲਫਰ ਆਕਸਾਈਡਸ। ਸਲਫਰ ਆਕਸਾਈਡਸ ਕੀ ਕਰਦੇ ਨੇ, ਸਲਫਰ ਆਕਸਾਈਡ, ਸਲਫਰ ਡਾਈਆਕਸਾਈਡਸ, ਸਲਫਰ ਟ੍ਰਾਈਆਕਸਾਈਡਸ, ਇਹ ਸਾਰੇ ਕੀ ਕਰਦੇ ਨੇ, ਐਸਿਡ ਰੇਨਸ ਕੌਜ਼ ਕਰਦੇ ਨੇ। ਔਰ ਐਸਿਡ ਰੇਨ ਫਿਰ ਕੀ ਕਰਦੇ, ਐਸਿਡ ਰੇਨ ਤੁਹਾਨੂੰ ਪਤਾ ਹੈ ਨਾ ਕਿ ਤਾਜ ਮਹਿਲ ਜਿਹੜਾ ਆ ਮਾਰਬਲਸ ਤੱਕ ਨੂੰ ਨਹੀਂ ਐਸਿਡ ਰੇਨ ਛੱਡਦੀ, ਮਾਰਬਲਸ ਤੱਕ ਉਹਨੇ ਮਤਲਬ ਖਰਾਬ ਹੋ ਜਾਂਦੀ ਉਹਨਾਂ ਦੀ ਉੱਪਰਲੀ ਲੇਅਰ। ਅਤੇ ਜਿਹੜਾ ਤਾਜ ਮਹਿਲ ਹੈ ਉਹ ਵਾਈਟ ਤੋਂ ਯੈਲੋ ਕਿਉਂ ਹੋ ਰਿਹਾ ਹੈ, ਐਸਿਡ ਰੇਨ ਦੇ ਕਰਕੇ, ਰਾਈਟ। ਅਗਰ ਉਹ ਐਸਿਡ ਰੇਨ ਜਿਹੜੀ ਹੈ ਹੁੰਦੀ ਰਹੇਗੀ ਤਾਂ ਉਹਦੇ ਨਾਲ ਫਿਰ ਕੀ ਹੁੰਦਾ ਹੈ, ਅਸਥਮਾ ਹੁੰਦਾ ਹੈ, ਠੀਕ ਹੈ। ਅਗਰ ਉਹ ਐਸਿਡ ਰੇਨ ਪਾਣੀ ਦੇ ਵਿੱਚ ਜਾਂਦੀ ਆ, ਜਿੱਦਾਂ ਰਿਵਰਸ ਦੇ ਵਿੱਚ ਰੇਨ ਜਾਂਦੀ ਆ ਜਾਂ ਲੇਕਸ ਦੇ ਵਿੱਚ, ਤਾਂ ਜਿਹੜਾ ਉੱਥੇ ਦੇ ਐਕੁਐਟਿਕ ਈਕੋਸਿਸਟਮ ਹੈ, ਜਿੰਨੀਆਂ ਉੱਥੇ ਫਿਸ਼ਿਜ਼ ਨੇ, ਜਿਹੜੇ ਪਲਾਂਟਸ ਨੇ, ਉਹ ਵੀ ਕੀ ਹੋ ਜਾਂਦੇ ਨੇ, ਮਰ ਜਾਂਦੇ ਆ, ਕਿਉਂਕਿ ਇਹ ਕੀ ਹੈ, ਖਤਰਨਾਕ ਹੈ, ਇਹ ਡੇਂਜਰਸ ਹੈ, ਠੀਕ ਹੈ। It causes discoloration and deterioration of buildings, sculptures, painted surface, ਜਿੰਨੇ ਵੀ painted surface ਨੇ, buildings ਜਿਹੜੀਆਂ ਨੇ, ਹੁਣ ਮੈਂ ਤੁਹਾਨੂੰ ਤਾਜ ਮਹਿਲ ਦੀ ਐਗਜ਼ਾਮਪਲ ਦਿੱਤੀ ਆ, ਮੈਟਲਸ ਜਿਹੜੀਆਂ ਨੇ ਉਹ ਕੋਰੋਸਿਨ ਹੋ ਜਾਂਦੀਆਂ ਨੇ, ਠੀਕ ਹੈ। ਲੈਦਰ ਜਿਹੜੀ ਆ ਜਾਂ ਪੇਪਰ ਜਿਹੜੇ ਨੇ, ਫੈਬਰਿਕਸ ਜਿਹੜੇ ਨੇ, ਸਭ ਖਰਾਬ ਹੁੰਦੇ ਆ ਐਸਿਡ ਰੇਨਸ ਦੇ ਨਾਲ, ਓਕੇ। ਨੈਕਸਟ ਹੈ ਆਪਣੇ ਕੋਲ ਨਾਈਟ੍ਰੋਜਨ ਆਕਸਾਈਡਸ। ਨਾਈਟ੍ਰੋਜਨ ਆਕਸਾਈਡਸ ਕੀ ਕਰਦੇ ਨੇ, ਫੋਟੋਕੈਮੀਕਲ ਸਮੌਗ, ਮੈਟਲਸ ਜਿਹੜੀਆਂ ਨੇ ਉਹਨਾਂ ਦੀ ਕੋਰੋਜ਼ਨ ਹੋ ਜਾਂਦੀ ਹੈ, ਮਤਲਬ ਉਹ ਵੀ ਕੀ ਹੋ ਜਾਂਦੀਆਂ ਨੇ, ਉਹਨਾਂ ਨੂੰ ਕਈ ਵਾਰ ਜੰਗ ਲੱਗ ਜਾਂਦਾ ਆ ਜਾਂ ਫਿਰ ਖਰਾਬ ਹੋ ਜਾਂਦੀਆਂ ਨੇ ਮੈਟਲਸ, ਠੀਕ ਹੈ। ਫਿਰ ਉਸ ਤੋਂ ਬਾਅਦ ਪ੍ਰੋਡਿਊਸ ਆਫ ਲੇਜਨਸ, ਨੈਕਰੋਸਿਸ, ਡੀਫੋਲੀਟੇਸ਼ਨ, ਪਲਾਂਟਸ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ, ਕਿਉਂਕਿ ਉਹਨਾਂ ਨੂੰ ਆਹ ਜਿਹੜੀਆਂ ਇੱਦਾਂ ਦੀਆਂ ਡਿਜ਼ੀਜ਼ਸ ਲੱਗ ਜਾਂਦੀਆਂ ਨੇ, ਠੀਕ ਹੈ। ਅਤੇ ਹਿਊਮਨ ਦੇ ਵਿੱਚ ਕੀ ਹੁੰਦਾ ਆ, ਅੱਖਾਂ ਦੇ ਵਿੱਚ ਇਰੀਟੇਸ਼ਨਸ, ਬਲੱਡ ਕੰਜੈਸ਼ਨ,
ठीक है। और इंजरी हो जाती है लंग्स दे विच, लिवर, किडनी, कैंसर हो जाता है। कैंसर तक वड्डियां 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 बीमारियां हो सकदियां ने सारियां एयर पोल्यूशन दे करके। ओके। बाकी एक कार्बन डाइऑक्साइड है। कार्बन डाइऑक्साइड तुहानूं पता ही आ कि वो की करदी आ, ग्लोबल वार्मिंग यानी कि टैंपरेचर वधा रही है। जिन्नी ज़्यादा कार्बन डाइऑक्साइड एनवायरनमेंट विच उन्ना ज़्यादा टैंपरेचर। हर साल हुण कुछ कुछ सालों तो की हो रहा, टैंपरेचर कितना ज़्यादा वध गया। मतलब गर्मियां नूं 50+ हो रहा है, 55 54 इन्ना टैंपरेचर हो रहा है। तो हुण अगले होर कुछ सालों तक टैंपरेचर होर भी ज़्यादा वधना है, क्योंकि ट्रांसपोर्टेशन तो घटनी नहीं है, डिफोरेस्टेशन भी नहीं घटनी। ठीक है, कह रहे हैं कि प्लांट्स कटने बंद करो, नहीं हो रहे, तो ट्रांसपोर्टेशन भी नहीं घट रही। सो टैंपरेचर वधना आ अगे अगे जाके, हालात जिहड़े ने बहुत खराब होने दे कगार ते ने। ओके। फिर उस तो बाद है ओजोन। ओजोन जिहड़ी है उहदे कुछ टॉक्सिक इफैक्ट्स भी ने ओजोन दे, जिहदे विच की आ कि जिहड़े ग्रीन सैल्स लीव्स ने ना, जिहड़े पत्ते हुंदे ने उन्हां दे विच की हुंदा है, क्लोरोफॉर्म। ठीक है, तो उन्हां दे जिहड़े ग्रीन कलर दे सैल्स हुंदे ने वो की हो जांदे ने, किल हो जांदे ने। ठीक है। बाकी की है रबड़ जिहड़ी है, रबड़ वो हार्ड हो रही है। रबड़ नूं हार्ड कौन करदा है? ओजोन की वजह दे नाल। टैक्सटाइल्स के डैमेजेस हो रहे हैं, डिसकलर्स हो रहे हैं, हर एक चीज़ का रंग ही उड़ी जा रहा है। हर एक चीज़ जिहड़ी है ना, किसी च शाइन ही नहीं रह रही, रंग उड़ रहा सब का, किसी च कोई शाइनिंग कुछ नहीं रहा, सब एनवायरनमेंट दे विच प्रॉब्लम्स करके हो रहा है। ठीक है। अगर अपने गेट लगा होया ना आयरन का, उन्होंने भी झट ही प्रॉब्लम कोई ना कोई हो जाती है, क्योंकि वो मैटल है। तो जिद्दां दा एनवायरनमेंट के हालात ने, मैटल्स की करन खराब हो रही ने। राइट। सो कुछ होर भी इत्थे दिते हुए ने, जिद्दां एल्डिहाइड्स हो गया, जिहदे नाल की हुंदी आ रैसपीरेटरी ट्रैक्ट्स दे विच प्रॉब्लम आंदी आ। फिनोल्स जिहड़े ने वो किडनी और लंग्स दे विच या लिवर्स दे विच डैमेजेस क्रिएट करते हैं। ठीक है। लैड, पॉलन माइक्रोब्स, ये सारे की ने जिहड़े कि ह्यूमन और एनीमल्स दे विच डिजीज़ कॉज करते हैं। ठीक है। प्लांट्स विच भी हुण इहदी गल करिए कि प्रिवेंशनस की ने, कंट्रोल किद्दां कीता जा सकदा है एयर पोल्यूशन नूं। सब तो पहला इन्होंने गल की है कि सैपरेशन ऑफ पोल्यूटेंट्स नूं सैपरेट कर दिता जाए बाय ग्रोइंग ट्रीज़। जिन्ना हो सके प्लांट्स उगाइए। ठीक है, जिन्ना हो सके प्लांट्स उगाइए। घर विच भी अगर अपने किते जगह नहीं हैगी, आपां कोशिश करिए कि घर विच एटलीस्ट थोड़ी जी जगह जिहड़ी है ना वो कच्ची रखिए। ठीक है, हर जगह ते आपां नूं फ्लोर या फिर मार्बल लगाने की जरूरत नहीं, कुछ का एरिया जिहड़ा है वो कच्चा रखिए जिथे आपां प्लांट्स उगाइए। एक तो यह है कि वो डेकोरेटिन हो जाता ना घर, उहदे नाल सोहना लगता है। दूसरा यह है कि उहदे नाल ऑक्सीजन मिलती है आपां नूं प्लांट्स दे नाल। ठीक है। गुड क्वालिटी फ्यूल, अच्छी क्वालिटी का फ्यूल यूज़ करिए मोटर वाइकल्स दे विच, जिहड़े आपां ट्रांसपोर्टेशन से लिए यूज़ करते हैं। ठीक है। हुण तो इदां है कि फ्यूल दे विच भी पोल्यूशन ही है एक तरह का, मतलब जिहड़ा अच्छी क्वालिटी का आपां उहनूं यूज़ करिए, घटिया क्वालिटी वाला यूज़ ना करिए फ्यूल जिहड़ा है। हुण इदां तां चलो ये तो नहीं पता लगता ना हुण कि चंगा किहड़ा ते माड़ा किहड़ा है, ये तो हुण पता लगना थोड़ा जिहा, लेकिन कुछ जगह तो आपां पता लग जाता है यूज़ करन तो बाद कि ये वाला इत्थे दा पेट्रोल या इत्थे दा डीजल सही है, इत्थे दा सही नहीं है। ठीक है। उहदे नाल फिर की हुंदा है, उहदे नाल जिहड़े फिर वाहीकल्स हुंदे ने उहनां दे विच की हुंदी है, खराबी आ जांदी है। तो जदों उहनां 'च खराबी आउंदी है तो नाल फिर वो धुआं भी किद्दां दा छड्डदे आ, फिर उन्ना ही खराब धुआं छड्डदे आ ओह, ते उन्ना ही ज़्यादा पोल्यूशन क्रिएट हुंदा। ओके। हाँ, होर गल कर रहे ने कि जिहड़ियां फैक्ट्रीज़ बनाते हैं, ठीक है, फैक्ट्रीज़ के यूज़ नूं मोडिफाई किया जाए, मतलब कुछ इदां उन्हां दे विच प्लैनिंग की जाए, इदां सैटलमेंट की जाए कि जिहड़ा वेस्ट है उहदा कोई निवारण हो सके, उहनूं किते सैटल किया जा सके, वो पोल्यूशन ना क्रिएट करे। ठीक है। फैक्ट्रीज़ दे विच, इंडस्ट्रीज़ दे विच टॉल चिमनीज़ जिहड़ियां ने, टॉल चिमनीज़ फैक्ट्रीज़ दे विच जिहड़ियां पोल्यूशन के लैवल नूं घटा सकदियां ने। जिन्नियां घट होणगियां टॉल चिमनीज़, जिन्नियां छोटियां होणगियां उन्ना ही ज़्यादा पोल्यूशन होएगा उन्ने के एरिया दे विच। अगर ज़्यादा उच्चियां होणगियां तो फिर पोल्यूशन जिहड़ा उप्पर ही जाऊगा। ठीक है, उप्पर जाऊगा तो एनवायरनमेंट दे विच नीचे नहीं रहेगा। ठीक है। फिर
ਸਮੋਕਿੰਗ ਕਰਦੇ ਹਾਂ ਆਪਾਂ ਆਈ ਮੀਨ ਆਪਾਂ ਨਹੀਂ ਕਰਦੇ, ਲੋਕ ਸਮੋਕਿੰਗ ਕਰਦੇ ਨੇ, ਠੀਕ ਹੈ, ਉਹਦੇ ਨਾਲ ਵੀ এনवायरमेंट ਦੇ ਵਿੱਚ ਪੋਲਿਊਸ਼ਨ ਹੁੰਦਾ ਹੈ। ਕਦੇ ਵੀ ਅਗਰ ਕੋਈ ਸਮੋਕ ਕਰ ਰਿਹਾ ਨਾ, ਉਹਦੇ ਨੇੜੇ ਵੀ ਨਾ ਖੜੇ ਹੋ, ਕਿਉਂਕਿ ਉਹ ਸਮੋਕ ਦਾ ਜਿਹੜਾ ਧੂੰਆਂ ਆ ਨਾ, ਉਹ ਬਹੁਤ ਗੰਦਾ ਹੈ, ਬਹੁਤ ਖਤਰਨਾਕ ਹੁੰਦਾ ਹੈ। ਹਮੇਸ਼ਾ ਆਪਣੇ ਆਪ ਨੂੰ ਬਚਾਓ ਕਿ ਜਿਹੜਾ ਸਿਗਰਟ ਪੀਂਦਾ ਜਾਂ ਸਮੋਕਿੰਗ ਕਰਦਾ ਉਹਦੇ ਤੋਂ ਥੋੜ੍ਹਾ ਜਿਹਾ ਦੂਰੀ ਬਣਾ ਕੇ ਰੱਖੀਏ, ਅਤੇ ਇੰਨਾ ਕੁ ਦੂਰੀ ਬਣਾ ਕੇ ਰੱਖੀਏ ਕਿ ਉਹ ਜਿਹੜਾ ਧੂੰਆਂ ਆ ਉਹ ਸਾਡੇ ਤੱਕ ਨਾ ਪਹੁੰਚੇ, ਠੀਕ ਹੈ। ਕਿਉਂਕਿ ਆਪ ਤਾਂ ਉਹ ਹੋ ਹੀ ਰਿਹਾ ਹੈ, ਉਹਨੂੰ ਪ੍ਰੋਬਲਮ ਜਿਹੜੀ ਉਹ ਸਮੋਕਿੰਗ ਕਰਕੇ ਦੂਸਰੇ ਬੰਦੇ ਨੂੰ ਵੀ ਕਰੇਗਾ, ਓਕੇ। ਹਾਂ, ਬਾਕੀ ਹੋਰ ਐਫੋਰੈਸਟੇਸ਼ਨ ਆਫ ਮਾਈਨਿੰਗ ਏਰੀਆਜ਼। ਸੋ ਜਿੱਥੇ ਮਾਈਨਿੰਗ ਹੁੰਦੀ ਆ ਉੱਥੇ ਪਲਾਂਟਸ ਲਗਾਏ ਜਾਣ, ਠੀਕ ਹੈ, ਮਾਈਨਿੰਗ ਨੂੰ ਥੋੜ੍ਹਾ ਘੱਟ ਕੀਤਾ ਜਾਵੇ। ਪਲਾਂਟਸ ਲਗਾਉਣੇ, ਪਲਾਂਟਸ ਸਭ ਤੋਂ ਜ਼ਿਆਦਾ ਜ਼ਰੂਰੀ ਆ। ਪਲਾਂਟਸ ਦੇ ਅਗਰ ਇੱਕ ਨਾ ਰੀਜ਼ਨ ਆਪਾਂ ਕਹਿ ਦਿੰਦੇ ਹਾਂ ਕਿ ਸਮੋਕਿੰਗ ਨਾਲ ਕੀ ਹੁੰਦਾ ਆ, ਸਮੋਕਿੰਗ ਨਾਲ ਬਹੁਤ ਫਰਕ ਪੈਂਦਾ ਹੈ। ਹੁਣ ਤੁਸੀਂ ਦੇਖੋ ਇੰਡੀਆ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਸਮੋਕਿੰਗ ਕਰਦੇ ਨੇ, ਠੀਕ ਹੈ, ਅਤੇ ਤੁਸੀਂ ਹਿਸਾਬ ਲਾਓ ਕਿ ਕਿੰਨਾ ਜ਼ਿਆਦਾ ਪੋਲਿਊਸ਼ਨ ਉਹੀ ਇਨਸਾਨ ਜਿਹੜੇ ਆ ਮਤਲਬ ਰੀਜ਼ਨ ਨੇ ਉਸ ਪੋਲਿਊਸ਼ਨ ਦਾ, ਠੀਕ ਹੈ। ਸੋ ਸਮੋਕਿੰਗ ਦਾ ਵੀ ਇੱਕ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਰੋਲ। ਹੁਣ ਆਪਾਂ ਗੱਲ ਕਰੀਏ ਕਿ ਪੋਲਿਊਟੈਂਟਸ ਦੀ ਪ੍ਰੀਵੈਂਸ਼ਨ, ਆਟੋਮੋਬਾਈਲਸ ਨੂੰ ਜਿਹੜਾ ਆ ਘੱਟ ਕੀਤਾ ਜਾਏ, ਯਾਨੀ ਕਿ ਟਰਾਂਸਪੋਰਟੇਸ਼ਨ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਆਪਾਂ ਨਾ ਯੂਜ਼ ਕਰੀਏ ਟਰਾਂਸਪੋਰਟੇਸ਼ਨਸ ਵਹੀਕਲਸ ਨੂੰ। ਜਿੱਥੇ ਆਪਣਾ ਬਿਨਾਂ ਬਾਈਕ ਯੂਜ਼ ਕੀਤੇ ਜਾਂ ਬਿਨਾਂ ਕਾਰ ਯੂਜ਼ ਕੀਤੇ ਸਰ ਸਕਦਾ ਤਾਂ ਉੱਥੇ ਆਪਾਂ ਸਰ ਸਕਦੇ ਹਾਂ ਨਾ, ਤਾਂ ਉੱਥੇ ਸਾਰ ਲਈਏ। ਆਪਾਂ ਸਾਈਕਲ ਯੂਜ਼ ਕਰ ਲਈਏ, ਉਹਦੇ ਨਾਲ ਇੱਕ ਤਾਂ ਇਹ ਆ ਕਿ ਆਪਾਂ ਨੂੰ ਜਿਹੜੇ ਜਿੰਮ ਵਗੈਰਾ ਵੀ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਹੈ। ਜਿਹੜੇ ਸਾਈਕਲਿੰਗ ਕਰਦੇ ਆ ਉਹ ਉੱਦਾਂ ਹੀ ਸਾਈਕਲਿੰਗ ਨਾਲ ਹੀ ਫਿੱਟ ਰਹਿੰਦੇ ਨੇ, ਠੀਕ ਹੈ, ਅਤੇ ਆਪਣਾ ਫਿਰ ਜਿਹੜਾ ਕੰਮ ਕਰਨਾ ਉਹ ਵੀ ਹੋ ਜਾਣਾ, ਅਤੇ ਪੋਲਿਊਸ਼ਨ ਵੀ ਨਹੀਂ ਹੋਣਾ, ਅਤੇ ਪੈਟਰੋਲ ਵੀ ਨਹੀਂ ਯੂਜ਼ ਹੋਣਾ। ਡੀਜ਼ਲ ਪੈਟਰੋਲ ਉਹ ਤਾਂ ਆਲਰੇਡੀ ਇੰਨੇ ਮਹਿੰਗੇ ਨੇ, ਆਪਣਾ ਵੀ ਫਾਇਦਾ ਹੈ ਨਾ ਇਹਦੇ ਵਿੱਚ, ਆਪਣਾ ਖੁਦ ਦਾ ਪਰਸਨਲ ਪ੍ਰੋਫਿਟ ਵੀ ਤਾਂ ਹੋ ਰਿਹਾ ਨਾ। ਸੋ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਟਰਾਈ ਕਰੀਏ ਕਿ ਸਾਈਕਲ ਯੂਜ਼ ਕਰੀਏ ਆਪਾਂ ਚਲਾਉਣਾ, ਠੀਕ ਹੈ। ਜੇ ਸਾਈਕਲ ਨਹੀਂ ਤਾਂ ਤੁਰਨਾ ਜ਼ਿਆਦਾ ਪ੍ਰੈਫਰ ਕਰੋ। ਮੈਂ ਹਮੇਸ਼ਾ ਤੁਰਨਾ ਜ਼ਿਆਦਾ ਪ੍ਰੈਫਰ ਕਰਦੀ ਹਾਂ। ਇੱਕ ਤਾਂ ਇਹਦੇ ਨਾਲ ਇਹ ਹੈ ਕਿ ਆਪਾਂ ਫਿੱਟ ਰਹਿੰਦੇ ਹਾਂ, ਠੀਕ ਹੈ, ਕੋਈ ਪ੍ਰੋਬਲਮਸ ਨਹੀਂ ਹੁੰਦੀਆਂ ਬੋਡੀ ਨੂੰ। ਦੂਸਰਾ ਇਹ ਹੈ ਕਿ ਪੈਟਰੋਲ ਹੀ ਇੰਨਾ ਮਹਿੰਗਾ ਹੈ, ਹੁਣ ਤਾਂ ਉੱਦੇ ਤੁਰਨ ਵਾਲੇ ਹਾਲਾਤ ਹੋ ਗਏ ਨੇ, ਹੁਣ ਤਾਂ ਵੈਸੇ ਹੀ ਇੰਨੇ ਹੋ ਗਿਆ ਹੈ ਕਿ ਤੁਰਨਾ ਹੀ ਸਹੀ ਹੈ ਇਹਦੇ ਨਾਲੋਂ। ਸਾਈਕਲ ਯੂਜ਼ ਕਰ ਲਓ, ਜਾਂ ਫਿਰ ਇਹਦੇ ਨਾਲੋਂ ਜੋ ਸਾਈਕਲ ਨਹੀਂ ਯੂਜ਼ ਕਰਦਾ ਤੁਰ ਹੀ ਲਵੇ, ਠੀਕ ਹੈ। ਸੋ ਬੋਡੀ ਨੂੰ ਥੋੜ੍ਹਾ ਜਿਹਾ ਕਸ਼ਟ ਦੇਣਾ ਜ਼ਰੂਰੀ ਹੈ ਤਾਂ ਕਿ ਸਾਡੀ ਬੋਡੀ ਵੀ ਫਿੱਟ ਰਹੇ, ਸਾਡੇ ਪੈਸੇ ਵੀ ਬਚ ਜਾਣ ਪੈਟਰੋਲ ਦੇ, ਔਰ ਸਾਡਾ এনवायरमेंट ਵੀ ਠੀਕ ਰਹੇ, ਠੀਕ ਹੈ ਨਾ। ਸੋ ਹੁਣ ਜ਼ਿਆਦਾ ਤੋਂ ਜ਼ਿਆਦਾ ਸਾਰਿਆਂ ਨੇ ਤੁਰਨਾ ਹੀ ਪ੍ਰੈਫਰ ਕਰਨਾ। ਗਰਮੀਆਂ ਨੂੰ ਤਾਂ ਚਲੋ ਮੰਨ ਲੈਂਦੀ ਹਾਂ, ਲੇਕਿਨ ਸਰਦੀਆਂ ਨੂੰ ਤਾਂ ਮੈਂ ਕਹਿੰਦੀ ਡੈਫੀਨੇਟਲੀ ਤੁਰਨਾ ਹੀ ਬੈਟਰ ਹੈ ਸਰਦੀਆਂ ਨੂੰ, ਠੀਕ ਹੈ ਜੀ। ਸਾਰੇ ਜਣੇ ਸਹਿਮਤ ਹੋ ਇਸ ਗੱਲ ਨਾਲ, ਅਗਰੀ ਕਰਦੇ ਹੋ? ਓਕੇ। ਹਾਂ, ਹੁਣ ਹੈ ਕਿ ਕਨਵੈਂਸ਼ਨਲ ਫਿਊਲਸ, ਅਗਰ ਆਪਾਂ ਫਾਇਰਵੁੱਡ ਜਾਂ ਫਿਰ ਵੁੱਡ ਨੂੰ ਆਪਾਂ ਜਲਾਉਂਦੇ ਹਾਂ, ਜਾਂ ਫਿਰ ਜਿਹੜੀਆਂ ਆਪਾਂ ਲੱਕੜੀਆਂ ਵਗੈਰਾ ਜਲਾਉਂਦੇ ਹਾਂ, ਹੈ ਨਾ, ਘਰ ਦੇ ਖਾਣੇ ਵਾਸਤੇ ਬਣਾਉਣ ਲਈ ਚੁੱਲ੍ਹੇ ਵਗੈਰਾ ਯੂਜ਼ ਕਰਦੇ ਹਾਂ, ਉਹਦੀ ਜਗ੍ਹਾ 'ਤੇ ਆਪਾਂ ਕੀ ਕਰ ਸਕਦੇ ਹਾਂ, ਇਲੈਕਟ੍ਰੀਸਿਟੀ ਰਿਪਲੇਸ ਕਰ ਸਕਦੇ ਹਾਂ। ਇਲੈਕਟ੍ਰੀਸਿਟੀ ਵੀ ਬਚਾਉਣੀ ਆ ਤਾਂ ਫਿਰ ਨੈਚੁਰਲ ਗੈਸ ਯੂਜ਼ ਕਰ ਸਕਦੇ ਹਾਂ, ਬਾਇਓਗੈਸ ਯੂਜ਼ ਕਰ ਸਕਦੇ ਹਾਂ। ਬਾਇਓਗੈਸ ਦਾ ਤਾਂ ਤੁਹਾਨੂੰ ਪਤਾ ਹੀ ਹੋਏਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਪਾਪੂਲੇਸ਼ਨ ਕੰਟਰੋਲ ਕਰਨੀ ਬਹੁਤ ਜ਼ਰੂਰੀ ਹੈ। ਪਾਪੂਲੇਸ਼ਨ ਕੰਟਰੋਲ ਕਰਨੀ ਪਏਗੀ। ਉਹ ਚਲੋ ਇੱਕ ਦੇ ਹੱਥ 'ਚ ਨਹੀਂ ਹੈ, ਪੂਰੇ ਕੰਟਰੀ ਦੇ ਵਿੱਚ ਅਗਰ ਇੱਕ ਡਿਸੀਜ਼ਨ ਲਿਆ ਜਾਏ ਤਾਂ ਹੀ ਪਾਪੂਲੇਸ਼ਨ ਕੰਟਰੋਲ ਹੋ ਸਕਦੀ ਹੈ, ਇੱਕ ਬੰਦੇ ਦੇ ਹੱਥ 'ਚ ਹੈ ਨਹੀਂ ਉਹ। ਦੂਸਰਾ, ਨਿਊਕਲੀਅਰ ਐਕਸਪਲੋਜਨਸ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾਏ, ਵਾਰਸ ਰੋਕੀਆਂ ਜਾਣ। ਹੁਣ ਉਹ ਇਜ਼ਰਾਈਲ ਔਰ ਪਲਸਤੀਨ ਦੇ ਵਿੱਚ ਲੜਾਈ ਚੱਲ ਰਹੀ ਹੈ ਨਾ, ਅਤੇ ਉਹਨਾਂ ਦੇ ਉੱਧਰਲੀ ਸਾਈਡ ਤੁਸੀਂ ਦੇਖੋ ਕਿੰਨਾ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ, ਕਿਉਂਕਿ ਉਹ ਕੀ ਕਰ ਰਹੇ ਨੇ, ਐਕਸਪਲੋਜਨਸ ਕਰ ਰਹੇ ਨੇ, ਬੰਬ ਵਗੈਰਾ ਸੁੱਟ ਰਹੇ ਨੇ। ਉਹ এনवायरमेंट ਤਾਂ ਖ਼ਰਾਬ ਹੋ ਹੀ ਰਿਹਾ, ਉਹਨਾਂ ਨੂੰ ਤਾਂ ਮਤਲਬ ਇਨਸਾਨ ਦੀ ਜ਼ਿੰਦਗੀ ਦੀ ਵੀ ਕੋਈ ਕੀਮਤ ਨਹੀਂ ਹੈ ਕਿਸੇ ਦੀ ਵੀ ਨਜ਼ਰ 'ਚ। ਇੰਨੇ ਜ਼ਿਆਦਾ ਹਾਲਾਤ ਖ਼ਰਾਬ ਹੋ ਚੁੱਕੇ ਨੇ ਹੁਣ। ਹਾਂ, ਹੋਰ ਕੀ ਕਰ ਸਕਦੇ ਹੋ ਤੁਸੀਂ? ਇੰਡਸਟਰੀਜ਼ ਨੂੰ ਜਿਹੜਾ ਆ ਡਿਸਪਰਸਲ ਕੀਤਾ ਜਾਵੇ, ਇੰਡਸਟਰੀਜ਼ ਦਾ ਵੇਸਟ ਜਿਹੜਾ ਹੈ ਉਹ ਥੋੜ੍ਹਾ
ਟਿਕਾਣੇ 'ਤੇ ਲਗਾਉਣ ਦੀ ਥੋੜ੍ਹੀ ਉਹਨਾਂ ਦੀ ਪਲੈਨਿੰਗ ਹੋਣੀ ਚਾਹੀਦੀ ਹੈ। ਇੱਦਾਂ ਦੀਆਂ ਇੰਡਸਟਰੀਜ਼ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਪੋਲਿਊਸ਼ਨ ਫਰੀ ਫਿਊਲਸ ਯੂਜ਼ ਕਰਨੇ ਚਾਹੀਦੇ ਨੇ ਆਟੋਮੋਬਾਈਲਸ ਦੇ ਵਿੱਚ। ਕੰਪਲੀਟ ਇਲੈਕਟ੍ਰੀਫਿਕੇਸ਼ਨ ਆਫ ਰੇਲ ਟਰੈਕਸ ਜਿਹੜੇ ਨੇ ਉਹਨਾਂ ਦੀ ਇਲੈਕਟ੍ਰੀਸਿਟੀ 'ਤੇ ਚੱਲਣ, ਉਹ ਇਹ ਕਹਿ ਰਹੇ ਨੇ ਉਹ ਕਿ ਕੋਲੇ 'ਤੇ ਨਾ ਚੱਲਣ, ਠੀਕ ਹੈ। ਸਟੋਪ ਐਗਰੀਕਲਚਰ ਬਰਨਿੰਗ, ਜਿਹੜੇ ਆਪਾਂ ਜਲਾ ਦਿੰਦੇ ਹਾਂ, ਪਰਾਲੀ ਜਲਾਉਂਦੇ ਹਾਂ, ਉਹਦੇ ਨਾਲ ਵੀ ਬਹੁਤ ਪੋਲਿਊਸ਼ਨ ਹੁੰਦਾ ਹੈ। ਓਕੇ ਜੀ, ਸੋ ਦਿਸ ਵਾਜ਼ ਆਲ ਅਬਾਊਟ ਏਅਰ ਪੋਲਿਊਸ਼ਨ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇ, ਕਿਉਂਕਿ ਇਹ ਤਾਂ ਬਹੁਤ ਈਜ਼ੀ ਹੈ। ਬਸ ਇੰਨਾ ਕੁ ਥੋੜ੍ਹਾ ਜਿਹਾ ਆਪਾਂ ਸੋਚਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ ਏਅਰ ਪੋਲਿਊਸ਼ਨ ਨੂੰ ਰੋਕਣ ਦੇ ਲਈ। ਅਸੀਂ ਸਿਰਫ 2 ਕੰਮ ਕਰ ਸਕਦੇ ਹਾਂ। ਇੱਕ ਤਾਂ ਇਹ ਕਿ ਅਸੀਂ ਪਲਾਂਟਸ ਲਗਾ ਲਈਏ, ਦੂਸਰਾ ਇਹ ਕਿ ਅਸੀਂ ਟਰਾਂਸਪੋਰਟੇਸ਼ਨ ਘੱਟ ਕਰ ਦਈਏ। ਬਸ ਇੰਨੇ ਕੁ ਨਾਲ ਹੀ ਬਹੁਤ ਫ਼ਰਕ ਪੈਂਦਾ ਹੈ। ਟਰਾਂਸਪੋਰਟੇਸ਼ਨ ਦੇ ਨਾਲ ਤਾਂ ਬਹੁਤ ਫ਼ਰਕ ਪੈਂਦਾ ਅਗਰ ਉਹ ਘੱਟ ਹੋ ਗਈ। ਲੇਕਿਨ ਅੱਜ ਕੱਲ੍ਹ ਟਰਾਂਸਪੋਰਟੇਸ਼ਨ ਦਾ ਇੰਨਾ ਯੂਜ਼ ਕਰ ਰਹੇ ਨੇ ਲੋਕ, ਅਗਰ 2 ਪੈਰ ਵੀ ਜਾਣਾ ਨਾ ਕਿਤੇ, ਚੱਕੋ ਬਾਈਕ, ਚੱਕੋ ਗੱਡੀ, ਇੱਦਾਂ ਹੋ ਰਿਹਾ। ਸੋ ਇਹਦੇ ਨਾਲੋਂ ਆਪਾਂ ਕੀ ਕਰੀਏ, ਤੁਰਨਾ ਪ੍ਰੈਫਰ ਕਰੀਏ ਜਾਂ ਫਿਰ ਸਾਈਕਲਿੰਗ ਕਰੀਏ, ਠੀਕ ਹੈ। ਅੱਛਾ ਜੀ, ਨੈਕਸਟ ਟੌਪਿਕ ਆਪਣਾ ਹੈਗਾ ਹੈ ਵਾਟਰ ਪੋਲਿਊਸ਼ਨ। ਵਾਟਰ ਪੋਲਿਊਸ਼ਨ ਦੇ ਵਿੱਚ ਆਪਾਂ ਸੋਰਸਿਸ ਪੜ੍ਹਨੇ, ਇਹਦੇ ਕੌਨਸੀਕੁਐਂਸਿਸ ਐਂਡ ਕੰਟਰੋਲ ਮੈਜਰਸ। ਵਾਟਰ ਪੋਲਿਊਸ਼ਨ ਹੈ ਕਿ ਕੁਛ ਸਬਸਟਾਂਸਿਸ ਜਿਹੜੇ ਕਿ ਵਾਟਰ ਦੀ ਕੁਆਲਿਟੀ ਨੂੰ ਡੀਗ੍ਰੇਡ ਕਰਦੇ ਨੇ ਜਦੋਂ ਉਹ ਐਡ ਹੋ ਜਾਂਦੇ ਨੇ, ਠੀਕ ਹੈ। ਅਤੇ ਹੈਲਥ ਨੂੰ, ਐਨੀਮਲਸ ਨੂੰ, ਉਹਨਾਂ ਦੀ ਹੈਲਥ ਨੂੰ, ਔਰ ਹਿਊਮਨ ਹੈਲਥ ਨੂੰ, ਔਰ ਪਲਾਂਟਸ ਨੂੰ, ਸਭ ਨੂੰ ਕੀ ਹੈ, ਨੁਕਸਾਨ ਪਹੁੰਚਾਉਂਦੇ ਨੇ। ਵਾਟਰ ਪੋਲਿਊਸ਼ਨ ਇਜ਼ ਸੀਰੀਅਸ ਹੈਲਥ ਹੈਜ਼ਰਡ ਇਨ ਇੰਡੀਆ, ਪਾਰਟੀਕੂਲਰਲੀ ਇਨ ਵਿਲੇਜਸ, ਪਿੰਡਾਂ ਦੇ ਵਿੱਚ, ਕਿਉਂਕਿ ਸੈਨੀਟੇਸ਼ਨ ਨਹੀਂ ਹੈ ਪ੍ਰੋਪਰ, ਠੀਕ ਹੈ। ਫਿਰ ਉੱਥੇ ਕੀ ਹੁੰਦੀਆਂ, ਫਿਰ ਉੱਥੇ ਡਿਜ਼ੀਜ਼ਜ਼ ਹੁੰਦੀਆਂ। ਜਿੱਥੇ ਸੈਨੀਟੇਸ਼ਨ ਨਹੀਂ ਹੁੰਦਾ ਉੱਥੇ ਡਿਜ਼ੀਜ਼ਜ਼ ਹੁੰਦੀਆਂ ਨੇ, ਰਾਈਟ। 50 to 60% ਆਫ ਇੰਡੀਅਨ ਪਾਪੂਲੇਸ਼ਨ ਜਿਹੜੀ ਹੈ ਉਹ ਸਫਰ ਕਰਦੀ ਹੈ ਫਰੋਮ ਡਿਜ਼ੀਜ਼ਜ਼ ਕਾਜ਼ਡ ਬਾਏ ਇਟ, ਯਾਨੀ ਕਿ ਖਰਾਬ ਪਾਣੀ, ਗੰਦਾ ਪਾਣੀ, ਉਹਦੇ ਨਾਲ ਡਿਜ਼ੀਜ਼ਜ਼ ਹੁੰਦੀਆਂ ਨੇ ਉਹਨਾਂ ਨੂੰ। ਔਰ 50 to 60% ਇੰਡੀਅਨ ਪਾਪੂਲੇਸ਼ਨ ਜਿਹੜੀ ਹੈ ਉਹ ਇਸ ਚੀਜ਼ ਨਾਲ ਸਫਰ ਕਰਦੀ ਹੈ, ਠੀਕ ਹੈ। ਅਤੇ 30 to 40% ਜਿਹੜੀ ਡੈਥ ਰੇਟ ਹੈ ਉਹ ਇਹਦੇ ਕਰਕੇ ਹੀ ਹੈ, ਵਾਟਰ ਪੋਲਿਊਸ਼ਨ ਕਰਕੇ। 30 ਤੋਂ 40% ਲੋਕ ਜਿਹੜੇ ਨੇ ਨਾ ਇਹਦੇ ਕਰਕੇ ਹੀ ਮਰ ਜਾਂਦੇ ਨੇ, ਰਾਈਟ, ਕਿਉਂਕਿ ਡਿਜ਼ੀਜ਼ਜ਼ ਜਿਹੜੀਆਂ ਨੇ ਉਹ ਬਹੁਤ ਖਤਰਨਾਕ ਹੁੰਦੀਆਂ ਜਿਹੜੀਆਂ ਪਾਣੀ ਤੋਂ ਲੱਗਦੀਆਂ ਨੇ। ਪੋਲਿਊਟੈਂਟਸ ਜਿਹੜੇ ਨੇ, ਹੁਣ ਆਪਾਂ ਗੱਲ ਕਰੀਏ ਕਿ ਸੋਰਸਿਸ ਕਿਹੜੇ ਨੇ ਪੋਲਿਊਸ਼ਨਸ ਦੇ ਲਈ, ਪੋਲਿਊਟੈਂਟਸ ਕਿਹੜੇ ਨੇ। ਸਭ ਤੋਂ ਪਹਿਲਾਂ ਹੈਗਾ ਡੋਮੈਸਟਿਕ ਵੇਸਟ ਐਂਡ ਸੀਵੇਜ, ਜਿਹਦੇ ਵਿੱਚ ਕੀ ਆ ਕਿ ਅਨਟ੍ਰੀਟਡ ਜਾਂ ਟ੍ਰੀਟਡ ਸੀਵੇਜ ਜਿਹੜੇ ਨੇ ਮਿਊਨਸਿਪੈਲਿਟੀਜ਼ ਦੇ ਵਿੱਚ, ਠੀਕ ਹੈ, ਉਹਨਾਂ ਦੇ ਵੀ ਕੋਈ ਸੀਵੇਜ ਬਣਾ ਦਿੱਤੇ ਜਾਂਦੇ ਨੇ, ਲੇਕਿਨ ਉਹਨਾਂ ਦੀ ਟਰੀਟਮੈਂਟ ਜਾਂ ਕੁਛ ਵੀ ਇੱਦਾਂ ਸਹੀ ਤਰੀਕੇ ਨਾਲ ਉਹਨਾਂ ਨੂੰ ਚਲਾਇਆ ਨਹੀਂ ਜਾਂਦਾ, ਠੀਕ ਹੈ। ਮਿਊਨਸਿਪੈਲਿਟੀਜ਼ ਦੇ ਵਿੱਚ, ਪਿੰਡਾਂ ਵਿੱਚ ਤਾਂ ਸੀਵੇਜ ਹੈ ਹੀ ਨਹੀਂ, ਕਿਤੇ ਕਿਤੇ ਹੋਣਗੇ। ਬਹੁਤ ਸਾਰੇ ਔਰਗੈਨਿਕ ਵੇਸਟ ਜਿਹੜੇ ਨੇ ਉਹ ਐਡ ਹੋ ਜਾਂਦੇ ਨੇ, ਠੀਕ ਹੈ। ਕੈਨਿੰਗ ਇੰਡਸਟਰੀਜ਼ ਦੇ ਵਿੱਚ, ਸਲੌਟਰ ਹਾਊਸਿਸ, ਵਿਲੇਜ ਪੌਂਡ ਵਾਟਰ ਗੈਟ ਕੰਟੈਮੀਨੇਟਿਡ ਵਿਦ ਇਨਫੈਕਸ਼ੀਅਸ ਏਜੰਟਸ। ਪਿੰਡਾਂ ਦੇ ਵਿੱਚ ਛੱਪੜ ਹੁੰਦੇ ਨੇ ਨਾ, ਪਿੰਡਾਂ ਦੇ ਵਿੱਚ ਜਿਹੜੇ ਛੱਪੜ ਨੇ ਨਾ ਉਹ ਬਹੁਤ ਜ਼ਿਆਦਾ ਵੱਡਾ ਰੀਜ਼ਨਸ ਨੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ। ਇਹ ਕਿਉਂ ਹੁੰਦੀਆਂ ਨੇ ਪਿੰਡਾਂ ਵਿੱਚ ਹੀ ਜ਼ਿਆਦਾ, ਕਿਉਂਕਿ ਉੱਥੇ ਪੌਂਡਸ ਹੁੰਦੇ ਨੇ ਅਤੇ ਉਹ ਕੀ ਨੇ, ਉਹ ਗੰਦੇ ਹੁੰਦੇ ਆ, ਉਹ ਸਾਫ਼ ਨਹੀਂ ਹੁੰਦੇ, ਉਹਨਾਂ ਦੀ ਸਫਾਈ ਨਹੀਂ ਕੀਤੀ ਜਾਂਦੀ, ਠੀਕ ਹੈ। ਅਤੇ ਟਾਈਫਾਇਡ ਹੋ ਗਿਆ, ਕੋਲੇਰਾ ਹੋ ਗਿਆ, ਜੌਂਡਿਸ, ਇੱਦਾਂ ਦੀਆਂ ਡਿਜ਼ੀਜ਼ਜ਼ ਹੁੰਦੀਆਂ ਨੇ, ਠੀਕ ਹੈ। ਸਕਿਨ ਡਿਜ਼ੀਜ਼ਜ਼ ਤੱਕ ਹੋ ਜਾਂਦੀਆਂ ਨੇ, ਓਕੇ। ਫਿਰ ਗੱਲ ਕਰੀਏ ਇੰਡਸਟਰੀਅਲ ਐਫਲੂਐਂਟਸ ਦੀ। ਇੰਡਸਟਰੀਅਲ ਐਫਲੂਐਂਟਸ ਦੇ ਵਿੱਚ ਕੀ ਹੈ, ਮੈਟਲਸ ਹੋਣ, ਜਿੰਨਾ ਵੀ ਔਰਗੈਨਿਕ ਖਲਾਰਾ ਹੈ ਸਾਰਾ ਇੰਡਸਟਰੀਜ਼ ਦਾ, ਫੈਕਟਰੀਜ਼ ਦਾ, ਉਹ ਸਾਰਾ ਪਾਣੀ ਦੇ ਵਿੱਚ ਬਹਿ ਜਾਂਦਾ ਤਾਂ ਬਹਿ ਜਾਂਦਾ। ਉਹਨੂੰ ਕੋਈ ਨਹੀਂ, ਉਹਦੀ ਵੀ ਉਹ ਨਹੀਂ ਕੀਤੀ ਜਾਂਦੀ ਕਿ ਇਹਦੀ ਸੈਟਲਮੈਂਟ ਇਹਦੀ ਕੀਤੀ ਜਾਵੇ ਇੱਦਾਂ ਦੀ ਕਿ ਪਾਣੀ ਵਿੱਚ ਨਾ ਜਾਵੇ ਉਹ। ਤਾਂ ਉਹ ਸਾਰਾ ਕੁਛ ਕੀ ਹੈ, ਸਾਰੀ ਗੰਦਗੀ, ਸਾਰਾ ਵੇਸਟ ਜਿੰਨਾ ਵੀ ਇੰਡਸਟਰੀਅਲ, ਉਹ ਸਾਰਾ ਪਾਣੀ ਵਿੱਚ ਜਾਂਦਾ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਫਾਰਮ ਰਨ ਆਫ, ਜਿਹਦੇ ਵਿੱਚ ਕੀ ਆ, ਫਰਟੀਲਾਈਜ਼ਰਸ ਯੂਜ਼ ਕਰਦੇ ਆ। ਫਰਟੀਲਾਈਜ਼ਰਸ ਆਪਾਂ ਕਾਹਦੇ ਲਈ ਯੂਜ਼ ਕਰਦੇ ਕਿ ਸਾਡੀ ਫਾਰਮਿੰਗ ਅੱਛੀ ਹੋਵੇ, ਠੀਕ ਹੈ। ਇਨਸੈਕਟੀਸਾਈਡਸ ਯੂਜ਼ ਕਰਦੇ ਆ ਕਿ ਜਿਹੜੇ ਛੋਟੇ ਛੋਟੇ ਇਨਸੈਕਟਸ ਨੇ ਉਹ ਮਰ ਜਾਣ, ਰਾਈਟ। ਪੈਸਟੀਸਾਈਡਸ ਯੂਜ਼ ਕਰਦੇ ਪੈਸਟ ਨੂੰ ਮਾਰਨ ਦੇ ਲਈ, ਲੇਕਿਨ ਉਹ ਕੀ ਆ, ਉਹ ਵੀ ਕੀ ਆ, ਫਿਰ ਇੱਕ ਤਰ੍ਹਾਂ ਵਾਟਰ ਪੋਲਿਊਸ਼ਨ ਹੀ ਆ, ਕਿਉਂਕਿ ਉਹ ਸਾਰਾ ਪਾਣੀ ਦੇ ਵਿੱਚ ਮਿਕਸ ਹੋ ਜਾਂਦਾ। ਜਿੰਨੇ ਵੀ ਫਰਟੀਲਾਈਜ਼ਰ, ਜਿੰਨੇ ਵੀ ਇਨਸੈਕਟੀਸਾਈਡਸ ਨੇ, ਕੈਮੀਕਲਸ ਨੇ ਸਾਰੇ, ਠੀਕ ਹੈ।
और गल कर रहे ने थर्मल पोल्यूशन, इट कॉज्ड बाय एडिशन ऑफ हॉट इफ्लुएंट्स इनटू वाटर बॉडीज फ्रॉम थर्मल पावर प्लांट्स। वार्मर वाटर कंटेन्स less ऑक्सीजन दैट हार्म्स एक्वेटिक लाइफ। पानी जिहड़ा आ गर्म जिहड़ा पानी ਉਹਦੇ ਵਿੱਚ ਆਕਸੀਜਨ ਘੱਟ ਹੁੰਦੀ ਹੈ, ਠੀਕ ਹੈ। ਹੁਣ ਆਕਸੀਜਨ ਘੱਟ ਹੋਣ ਦੇ ਕਰਕੇ ਜਿਹੜੀ ਐਕੁਐਟਿਕ ਲਾਈਫ ਆ ਉਹ ਤਾਂ ਖਤਮ ਹੀ ਹੋ ਜਾਣੀ ਆ। ਮਛਲੀਆਂ ਵਗੈਰਾ ਉਹਨਾਂ ਨੂੰ ਤਾਂ ਆਕਸੀਜਨ ਚਾਹੀਦੀ ਆ ਪ੍ਰੋਪਰ ਇਹ ਸਾਰੀਆਂ ਚੀਜ਼ਾਂ ਲਈ, ਫਿਸ਼ਿਜ਼ ਲਈ, ਠੀਕ ਹੈ। ਸੋ ਉਹ ਵੀ ਕੀ ਹੈ, ਐਕੁਐਟਿਕ ਈਕੋਸਿਸਟਮ ਉਹਦੇ ਨਾਲ ਅਫੈਕਟ ਹੁੰਦਾ ਹੈ, ਠੀਕ ਹੈ। ਹੁਣ ਦੂਸਰੀ ਗੱਲ ਕਰ ਰਹੇ ਨੇ ਕਿ ਅੰਡਰਗਰਾਊਂਡ ਵਾਟਰ ਪੋਲਿਊਸ਼ਨ ਸੋਰਸਿਸ ਕਿਹੜੇ ਨੇ। ਅੰਡਰਗਰਾਊਂਡ ਤਾਂ ਉਹੀ ਪੈਸਟੀਸਾਈਡਸ ਫਰਟੀਲਾਈਜ਼ਰਸ ਯੂਜ਼ ਕਰਦੇ ਆ ਅਤੇ ਡੰਪਸ ਜਿਹੜਾ ਆ ਉਹ ਆਪਾਂ ਸਾਰਾ ਸੁੱਟ ਦਿੰਦੇ ਹਾਂ ਉਹਦੇ ਵਿੱਚ ਹੀ, ਪਾਣੀ ਵਿੱਚ ਹੀ, ਠੀਕ ਹੈ। ਸੀਵੇਜ ਇੰਡਸਟਰੀਅਲ ਐਫਲੂਐਂਟ ਸਪਿਲਡ ਓਵਰ ਦ ਗਰਾਊਂਡ। ਗੱਲ ਕਰੀਏ ਮਰੀਨ ਵਾਟਰ ਪੋਲਿਊਸ਼ਨ ਦੀ। ਮਰੀਨ ਵਾਟਰ ਦੇ ਵਿੱਚ ਕੀ ਹੈ, ਜਾਣੀ ਕਿ ਜਿਹੜਾ ਸਮੁੰਦਰਾਂ ਦੇ ਵਿੱਚ, ਸੀ ਦੇ ਵਿੱਚ ਡੰਪਿੰਗ ਇੰਡਸਟਰੀਅਲ ਵੇਸਟ ਡਾਇਰੈਕਟਲੀ ਬਾਈ ਕੋਸਟਲ ਇੰਡਸਟਰੀਜ਼ ਔਰ ਇਨਡਾਇਰੈਕਟਲੀ ਥਰੂ ਰਿਵਰਸ। ਸੇਮ ਉਹੀ ਕਿ ਇੰਡਸਟਰੀਜ਼ ਦਾ ਵੇਸਟ ਜਿਹੜਾ ਆ ਕਈ ਵਾਰ ਰਿਵਰਸ ਦੇ ਵਿੱਚ ਜਾਂਦਾ, ਰਿਵਰਸ ਤੋਂ ਫਿਰ ਸਮੁੰਦਰਾਂ ਦੇ ਵਿੱਚ ਮਿਲ ਜਾਂਦਾ ਹੈ, ਠੀਕ ਹੈ। ਫਿਰ ਡਿਸਚਾਰਜ ਆਫ ਫਰਟੀਲਾਈਜ਼ਰਸ, ਪੈਸਟੀਸਾਈਡਸ, ਡਿਸਚਾਰਜ ਆਫ ਸੀਵੇਜ ਆਫ ਕੋਸਟਲ ਸਿਟੀਜ਼ ਐਂਡ ਡਿਸਟੈਂਟ ਪਲੇਸਿਸ ਵਾਇਆ ਰਿਵਰਸ। ਆਇਲ, ਗਰੀਸ, ਪੈਟਰੋਲੀਅਮ ਆਇਲ, ਗਰੀਸ ਇਹ ਕਿਹਨਾਂ ਦਾ, ਇਹ ਜਿਹੜੀਆਂ ਸ਼ਿਪਸ ਨਹੀਂ ਹੁੰਦੀਆਂ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ, ਉਹਨਾਂ ਦਾ ਕਈ ਵਾਰ ਉਹ ਲੀਕੇਜ ਹੁੰਦੀ ਹੈ, ਉਹਦੇ ਨਾਲ ਵੀ ਕੀ ਹੈ, ਉਹ ਸਾਰਾ ਪਾਣੀ ਖਰਾਬ, ਠੀਕ ਹੈ। ਫਿਰ ਐਕਸੀਡੈਂਟਸ ਹੋ ਜਾਂਦੇ ਨੇ ਡਿਊਰਿੰਗ ਟਰਾਂਸਪੋਰਟ ਐਂਡ ਐਕਸਟ੍ਰੈਕਸ਼ਨ ਸਪਰੈਡ ਆਇਲ ਓਵਰ ਮੈਨੀ 100 ਕਿਲੋਮੀਟਰਸ। ਜਦੋਂ ਲੀਕੇਜ ਹੁੰਦੀ ਹੈ ਨਾ ਆਇਲ ਦੀ, ਉਹ ਵੀ ਕਈ ਕਿਲੋਮੀਟਰ ਤੱਕ ਪਹੁੰਚ ਜਾਂਦਾ ਹੈ। ਓਵਰ 10 ਮਿਲੀਅਨ ਟਨਸ ਜਿਹੜਾ ਆਇਲ ਹੈ ਨਾ ਉਹ ਸਪਿਲਡ ਕੀਤਾ ਗਿਆ ਓਸ਼ਨ ਦੇ ਵਿੱਚੋਂ ਹਰ ਸਾਲ। ਮਤਲਬ ਇੰਨਾ ਜ਼ਿਆਦਾ ਆਇਲ ਪਾਣੀ ਦੇ ਵਿੱਚ ਚਲ ਜਾਂਦਾ ਹੈ, ਠੀਕ ਹੈ ਜੀ। ਦੂਸਰੀ ਹੁਣ ਇਹਦੇ ਹੈਗੇ ਨੇ ਕੌਨਸੀਕੁਐਂਸਿਸ ਕੀ ਨੇ। ਕੌਨਸੀਕੁਐਂਸਿਸ ਦੇ ਵਿੱਚ ਕੀ ਹੈ ਕਿ ਡੀਆਕਸੀਜਨੇਸ਼ਨ। ਸਭ ਤੋਂ ਪਹਿਲਾਂ ਤਾਂ ਆਕਸੀਜਨ ਪਾਣੀ ਦੇ ਵਿੱਚ ਘੱਟ ਗਈ ਅਤੇ ਜਿੰਨੇ ਵੀ ਜਿਹੜੇ ਅੰਦਰ ਵਾਲੇ ਐਨੀਮਲਸ ਨੇ ਉਹ ਸਾਰੇ ਖਤਮ, ਮਰ ਜਾਂਦੇ ਨੇ। ਦੂਸਰੀ ਗੱਲ ਹੈ ਡਿਜ਼ੀਜ਼ਸ ਕਿਹੜੀਆਂ ਲੱਗਦੀਆਂ ਨੇ। raw sewage contaminates with water with pathogens causing number of infectious diseases like cholera, jaundice, hepatitis ਹੋ ਗਿਆ, ਟਾਈਫਾਈਡ ਹੋ ਗਿਆ, ਇਹਨਾਂ ਦਾ ਤਾਂ ਨਾਮ ਵੀ ਨਹੀਂ ਲੈਣਾ ਚਾਹੀਦਾ। ਇਹ ਸਾਰੀਆਂ ਡਿਜ਼ੀਜ਼ਸ ਹੋ ਜਾਂਦੀਆਂ ਨੇ, ਠੀਕ ਹੈ। ਸੀਵੇਜ ਪ੍ਰੋਡਿਊਸਿਸ ਫਾਊਲ ਓਡਰ। ਤੁਸੀਂ ਪੌਂਡਸ ਦੇ ਵਿੱਚ ਵੀ ਦੇਖੋ ਨਾ, ਪਿੰਡਾਂ ਦੇ ਵਿੱਚ ਜਿਹੜੇ ਛੱਪੜ ਨੇ ਉਹਦੀ ਸਮੈਲ ਆਉਂਦੀ ਹੈ ਇੰਨੀ ਗੰਦੀ, ਜਦੋਂ ਉੱਥੇ ਸਫਾਈ ਨਹੀਂ ਹੁੰਦੀ, ਠੀਕ ਹੈ। ਔਰਗੈਨਿਕ ਵੇਸਟ form a scum and sludge that makes water unfit for recreational and industrial use। ਇੰਡਸਟਰੀ ਵਾਲੇ ਫਿਰ ਕਿੱਦਾਂ ਯੂਜ਼ ਕਰਨਗੇ, ਪਹਿਲਾਂ ਉਹਨੂੰ ਗੰਦਾ ਕਰਤਾ ਪਾਣੀ ਨੂੰ, ਫਿਰ ਉਹਨਾਂ ਨੇ ਯੂਜ਼ ਵੀ ਕਰਨਾ ਹੈ। ਸੀਵੇਜ ਐਂਡ ਡਿਟਰਜੈਂਟ ਸਟਿਮੂਲੇਟ ਐਲਗਲ ਗਰੋਥ ਕਾਲਡ ਬਲੂਮਿੰਗ ਔਰ ਯੂਟਰੋਫਿਕੇਸ਼ਨ ਮੈਂ ਤੁਹਾਨੂੰ ਉਸ ਦਿਨ ਦੱਸੀ ਸੀ ਕਿ ਯੂਟਰੋਫਿਕੇਸ਼ਨ ਕੀ ਹੁੰਦੀ ਹੈ, ਜਦੋਂ ਪਾਣੀ ਦੇ ਉੱਪਰ ਗ੍ਰੀਨ ਐਲਗੀ ਦੀ ਲੇਅਰ ਉੱਪਰ ਜੰਮ ਜਾਂਦੀ ਹੈ, ਠੀਕ ਹੈ। ਫਿਰ ਡੀਆਕਸੀਜਨੇਸ਼ਨ ਗਿਵ ਰਾਈਜ਼ ਟੂ ਮੈਨੀ ਸੈਕੰਡਰੀ ਪੋਲਿਊਟੈਂਟਸ। ਇੱਕ ਪੋਲਿਊਟੈਂਟ ਤੋਂ ਪ੍ਰਾਇਮਰੀ ਪੋਲਿਊਟੈਂਟਸ ਜਿਹੜੇ ਮਿਲ ਕੇ ਸੈਕੰਡਰੀ ਪੋਲਿਊਟੈਂਟਸ ਵੀ ਬਣਾਉਂਦੇ ਨੇ, ਜਿੱਦਾਂ ਹੋ ਗਿਆ ਅਮੋਨੀਆ, ਮੀਥੇਨ, ਔਰਗੈਨਿਕ ਸਲਫਾਈਡਸ, ਠੀਕ ਹੈ। ਜਿਹਦੇ ਨਾਲ ਪਾਣੀ ਕੀ ਹੋ ਜਾਂਦਾ, ਬਰਾਊਨਿਸ਼ ਜਿਹਾ ਹੋ ਜਾਂਦਾ। ਕਦੇ ਤੁਸੀਂ ਦੇਖਿਆ ਕਿ ਕਦੇ ਕਦੇ ਇੱਦਾਂ ਹੁੰਦਾ, ਸਾਡੇ ਘਰ ਇੱਦਾਂ ਹੋਇਆ ਇੱਕ ਦੋ ਵਾਰ ਕਿ ਪਾਣੀ ਜਿਹੜਾ ਹੈ ਨਾ ਉਹ ਮਤਲਬ ਓਪੇਕ ਜਿਹਾ ਜਾਂ ਬਰਾਊਨਿਸ਼ ਜਿਹਾ ਇੱਦਾਂ ਆਉਣ ਲੱਗ ਜਾਂਦਾ ਪਾਣੀ ਕਈ ਵਾਰ, ਉਹ ਗੰਦਾ ਪਾਣੀ ਹੁੰਦਾ ਆ। ਫਿਰ ਉਹਨੂੰ ਕਿੰਨਾ ਟਾਈਮ ਮਤਲਬ ਇੱਦਾਂ ਛੱਡੀ ਦਾ, ਅਸੀਂ ਚਲਾਈ ਦੀ ਨਹੀਂ ਹੈਗੀ, ਫਿਰ ਟੈਪ, ਫਿਰ ਬਾਅਦ ਵਿੱਚ ਘੰਟੇ ਬਾਅਦ ਦੇਖੀਏ ਫਿਰ ਸਾਫ਼ ਪਾਣੀ ਆਉਂਦਾ, ਫਿਰ ਯੂਜ਼ ਕਰਨ ਵਾਲਾ ਹੁੰਦਾ ਉਹ। ਲੇਕਿਨ ਉਹਦਾ ਵੀ ਕੁਛ ਪਤਾ ਥੋੜ੍ਹੀ ਹੁੰਦਾ ਕਿ ਉਹਦੇ ਵੀ ਉਹ ਸਾਫ਼ ਹੈ ਕਿ ਨਹੀਂ ਹੈ, ਕਰਨਾ ਹੀ ਪੈਂਦਾ ਯੂਜ਼, ਫਿਰ ਆਪਾਂ ਨੂੰ ਕੀ ਕਰ ਸਕਦੇ ਹਾਂ। ਅਤੇ ਪਾਣੀ ਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਇਸ ਟਾਈਮ ਮਿਲਦੀ ਆ ਆਪਾਂ ਦੇਖਣ ਨੂੰ, ਅਤੇ ਫਿਰ ਬਾਅਦ ਵਿੱਚ ਕੀ ਹੁੰਦੇ ਨੇ, ਬਾਅਦ ਵਿੱਚ ਫਿਰ ਡਿਜ਼ੀਜ਼ਸ ਲੱਗਦੀਆਂ ਨੇ, ਠੀਕ ਹੈ। ਅੱਛਾ, ਜਿਹੜੇ ਫਰਟੀਲਾਈਜ਼ਰਸ ਯੂਜ਼ ਕਰਦੇ ਆ ਨਾ ਆਪਾਂ ਫਾਰਮਸ ਦੇ ਵਿੱਚ, ਉਹਦੇ ਇਫੈਕਟਸ ਕੀ ਨੇ। ਉਹਦੇ ਕੀ ਹੈ ਕਿ ਫਰਟੀਲਾਈਜ਼ਰਸ ਰਿਚ ਵਾਟਰ ਇਨਟੂ ਸਟਰੀਮਸ ਐਂਡ ਲੇਕਸ ਗਿਵ ਰਾਈਜ਼ ਟੂ ਬਲੂਮਿੰਗ ਆਫ ਐਕੁਐਟਿਕ ਪਲਾਂਟਸ। ਬਲੂਮਿੰਗ ਹੁੰਦਾ ਹੈ ਕਿ ਪਲਾਂਟਸ ਦੀ ਗਰੋਥ ਜ਼ਿਆਦਾ ਹੋਣੀ, ਜਨਰਲੀ ਔਨ ਸਰਫੇਸ, ਠੀਕ ਹੈ। ਦਿਸ ਕੱਟਸ ਆਫ ਲਾਈਟ ਫॉर ਸਬਮਰਜ ਪਲਾਂਟਸ, ਉਹ ਮੈਂ ਤੁਹਾਨੂੰ ਦੱਸਿਆ ਹੀ ਆ, ਜਦੋਂ ਉੱਪਰ ਗ੍ਰੀਨ ਕਲਰ ਦੇ ਪਲਾਂਟਸ ਹੋਰ ਹੋ ਜਾਣ